ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਮੈਂ ਆਪਣੇ ਆਪ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਮੈਂ ਹਿੰਮਤ ਕੀਤੀ, ਜੇ ਮੈਂ ਕੋਸ਼ਿਸ਼ ਕੀਤੀ ਤਾਂ ਜ਼ਰੂਰ ਮੈਨੂੰ ਫਲ ਜਿਹੜਾ ਮਿਲਿਆ ਹੈ। ਸੋ ਮੈਂ ਮੈਸੇਜ ਇਹੀ ਦੇਣਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ, ਚਾਹੇ ਕੋਈ ਵੀ ਹੈ, ਚਾਹੇ ਅਸੀਂ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ ਕਮਜ਼ੋਰ ਹਾਂ, ਚਾਹੇ ਤਾਕਤਵਰ ਹਾਂ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਨੂੰ ਜਿਹੜੀ ਸਟਰਗਲ ਹੈ, ਸੰਘਰਸ਼ ਹੈ, ਉਹਦਾ ਰਸਤਾ ਅਪਣਾਉਣਾ ਚਾਹੀਦਾ। ਔਰ ਸਟਰਗਲ ਜਿਹੜੀ ਹੁੰਦੀ ਹੈ, ਸੰਘਰਸ਼ ਜਿਹੜਾ ਹੁੰਦਾ ਹੈ, ਹਮੇਸ਼ਾ ਹੀ ਕਾਮਯਾਬ ਹੁੰਦਾ ਹੈ। ਔਰ ਕੁਦਰਤ ਉਸ ਨੂੰ ਫਲ ਲਾਉਂਦੀ ਹੈ, ਉਹ ਜਿਹੜਾ ਜਿਹਦੇ ਵਿੱਚ ਸਬਰ ਸੰਤੋਖ ਹੁੰਦਾ, ਜਿਹਦੇ ਵਿੱਚ ਵੱਟੇ ਸਹਿਣ ਦੀ ਜਿਹੜੀ ਹੈਗੀ ਆ ਉਹ ਸ਼ਕਤੀ ਹੁੰਦੀ ਹੈ, ਜਿਸ ਦਰਖਤ ਦੇ ਕੋਲ, ਉਹਨੂੰ ਹੀ ਮਿੱਠੇ ਫਲ ਲੱਗਦੇ ਨੇ। ਮੇਰਾ ਨਾਮ ਡਾਕਟਰ ਭੀਮਿੰਦਰ ਸਿੰਘ ਹੈ। ਮੈਂ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਖੇ ਪੜ੍ਹਾ ਰਿਹਾ। ਔਰ ਇੱਥੋਂ ਤੱਕ ਦਾ ਜੋ ਮੇਰਾ ਸਫ਼ਰ ਹੈ ਉਹ ਅਪਸ ਐਂਡ ਡਾਊਨਸ ਦਾ ਜਿਹੜਾ ਸਫ਼ਰ ਹੈ। ਮੇਰਾ ਬਚਪਨ ਉਸ ਕਿਸਮ ਦਾ ਨਹੀਂ ਸੀ ਜਿਵੇਂ ਆਮ ਬੱਚਿਆਂ ਦਾ ਹੁੰਦਾ ਹੈ। ਉਹਦਾ ਵੱਡਾ ਕਾਰਨ ਇਹ ਸੀਗਾ ਕਿ ਲਗਭਗ ਮੈਂ ਜਦੋਂ 2-2.5 ਸਾਲ ਦਾ ਸੀਗਾ, ਮੇਰੇ ਮਾਤਾ ਜੀ ਗੁਜ਼ਰ ਗਏ। ਉਸ ਡੈਥ ਦਾ ਕਾਰਨ, ਉਹਨਾਂ ਦੇ ਮਰਨ ਦਾ ਕਾਰਨ ਜਦੋਂ ਮੈਂ ਹੁਣ ਅੱਜ ਦੇਖਦਾ ਤਾਂ ਉਹਦੇ ਪਿੱਛੇ ਜਿਹੜੇ ਸਾਡੇ ਗ੍ਰੀਨ ਰੈਵੋਲਿਊਸ਼ਨ, ਜਿਹਨੂੰ ਪੰਜਾਬ ਦੇ ਵਿੱਚ 1965 ਤੋਂ ਬਾਅਦ ਮੰਨਿਆ ਜਾਂਦਾ ਹੈ ਕਿ ਆਇਆ, ਔਰ ਉਸਨੇ ਬੜੀ ਤਰੱਕੀ ਲਿਆਂਦੀ ਪੰਜਾਬ ਦੇ ਵਿੱਚ। ਪਰ ਕਿਉਂਕਿ ਮੇਰਾ ਜਿਹੜਾ ਜਨਮ ਸੀਗਾ ਉਸ ਪਿੰਡ ਦੇ ਵਿੱਚ, ਲੌਂਗੋਵਾਲ ਜਿਹੜਾ ਮਾਲਵੇ ਦਾ ਪਛੜਿਆ ਪਿੰਡ ਹੈ, ਅੱਜ ਵੀ ਪਛੜਿਆ ਹੋਇਆ ਹੈ ਬਹੁਤ ਸਾਰੇ ਕਾਰਨਾਂ ਕਰਕੇ। ਸੋ ਉਸ ਪਛੜੇ ਪਿੰਡ ਦੇ ਵਿੱਚ ਇੱਕ ਪਛੜੀ ਹੋਈ ਕਿਸਾਨੀ ਦੇ ਵਿੱਚ, ਛੋਟੀ ਕਿਸਾਨੀ ਦੇ ਵਿੱਚ ਹੋਇਆ। ਛੋਟੀ ਕਿਸਾਨੀ ਕਿਉਂਕਿ ਉਸ ਵੇਲੇ ਗ੍ਰੀਨ ਰੈਵੋਲਿਊਸ਼ਨ ਦੀ ਜਿਹੜੀ ਮਾਰ ਹੈ ਉਹਨੂੰ ਝੱਲ ਨਹੀਂ ਸਕੀ, ਔਰ ਉਹਦੇ ਕਾਰਨ ਬਹੁਤ ਸਾਰੀਆਂ ਜਿਹੜੀਆਂ ਖੁਦਕੁਸ਼ੀਆਂ ਹੋਈਆਂ, ਅੱਜ ਵੀ ਹੋ ਰਹੀਆਂ ਨੇ ਮਾਲਵੇ ਦੀ ਕਿਸਾਨੀ ਦੇ ਵਿੱਚ। ਸੋ ਉਹ ਪਹਿਲੀ ਮੈਨੂੰ ਲੱਗਦਾ ਹੈ ਕਿ ਖੁਦਕੁਸ਼ੀ ਸੀ ਜਿਹੜੀ ਕਿਸੇ ਮਹਿਲਾ ਨੇ ਉਸ ਹਰੇ ਇਨਕਲਾਬ ਦਾ ਜੋ ਨਤੀਜਾ ਸੀਗਾ ਉਹਦੇ ਕਰਕੇ ਕੀਤੀ। ਉਸ ਤੋਂ ਬਾਅਦ 80 ਦੇ ਵਿੱਚ ਮੇਰੇ ਚਾਚਾ ਜੀ, ਜਿਹੜੇ ਕਿ ਖੇਤੀਬਾੜੀ ਪਿੰਡ ਦੇ ਵਿੱਚ ਹੀ ਕਰਦੇ ਸੀਗੇ, ਉਹ ਮੇਰੇ ਸਾਹਮਣੇ ਹੀ ਸਪਰੇਅ ਪੀ ਕੇ ਉਹਨਾਂ ਨੇ ਖੁਦਕੁਸ਼ੀ ਕਰ ਲਈ। ਮੇਰੇ ਮਾਤਾ ਜੀ ਦੀ ਡੈਥ ਤੋਂ 7 ਸਾਲਾਂ ਬਾਅਦ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਇਹ ਦੱਸਣ ਦਾ ਇਹੀ ਹੈ ਕਿ ਉਸ ਛੋਟੀ ਕਿਸਾਨੀ ਦੇ ਵਿੱਚ ਪੈਦਾ ਹੋਣ ਕਰਕੇ ਬਹੁਤ ਸਾਰੀਆਂ, ਇਕੱਲਾ ਮੈਂ ਨਹੀਂ ਕਿ ਇਕੱਲਾ ਮੈਂ ਹੀ ਉਸ ਸਾਰੇ ਸੁਸਾਇਟੀ ਦੇ ਵਿੱਚ ਜੋ ਚੱਲ ਰਿਹਾ ਸੀਗਾ ਤੋਂ ਦੁਖੀ ਸੀਗਾ। ਹੋਰ ਬਹੁਤ ਸਾਰੇ ਲੋਕ ਸੀਗੇ, ਹੋਰ ਬਹੁਤ ਸਾਰੇ ਬੱਚੇ ਸੀਗੇ, ਹੋਰ ਬਹੁਤ ਸਾਰੇ ਨੌਜਵਾਨ ਸੀਗੇ ਉਸ ਵੇਲੇ, ਜਿਹੜੇ ਕਿ ਉਸ ਸਾਰੇ ਸਮਾਜਿਕ ਪ੍ਰੈਸ਼ਰ ਦੀ, ਇਕਨੋਮਿਕ ਪ੍ਰੈਸ਼ਰ ਦੀ ਮਾਰ ਚੱਲ ਰਹੇ ਸੀਗੇ। ਸੋ ਉਹਨਾਂ ਵਿੱਚੋਂ ਇੱਕ ਮੈਂ ਸੀਗਾ। ਸੋ ਜਦੋਂ ਮੇਰੇ ਮਾਤਾ ਜੀ ਦੀ ਡੈਥ ਹੋਈ, ਉਹਨਾਂ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਦੂਸਰੀ ਮੈਰਿਜ ਕਰਵਾ ਲਈ। ਉਹਨਾਂ ਦੇ ਆਪਣੇ ਫਿਰ ਬੱਚੇ ਹੋ ਗਏ। ਉਹਨਾਂ ਨੇ ਇੱਕ ਜਿਹੜਾ ਮੇਰੇ ਲਈ ਵਧੀਆ ਕੰਮ ਕੀਤਾ, ਮੇਰੇ ਫਾਦਰ ਸਾਹਿਬ ਨੇ, ਉਹ ਇਹ ਸੀਗਾ ਕਿ ਮੇਰੀ ਐਡਮਿਸ਼ਨ ਸੰਗਰੂਰ ਦੇ ਇੱਕ ਚੰਗੇ ਸਕੂਲ ਦੇ ਵਿੱਚ ਕਰਵਾਤੀ, ਕਿਉਂਕਿ ਉਸ ਵੇਲੇ ਉਹ ਸੰਗਰੂਰ ਦੇ ਵਿੱਚ ਜੌਬ ਕਰਦੀ ਸੀ, ਜ਼ਿਲ੍ਹਾ ਪਰਿਸ਼ਦ ਦੇ ਵਿੱਚ। ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਹੈ ਸੰਗਰੂਰ ਦੇ ਵਿੱਚ, ਬਹੁਤ ਅੱਜ ਵੀ ਬੜਾ ਵੱਡਾ ਨਾਂ ਹੈ ਉਸ ਸਕੂਲ ਦਾ। ਉਸ ਸਕੂਲ ਦੇ ਵਿੱਚ ਮੈਂ ਭਰਤੀ ਹੋਇਆ। ਉੱਥੋਂ ਦਾ ਅੰਗਰੇਜ਼ੀ ਮੀਡੀਅਮ ਸੀਗਾ ਉਸ ਸਕੂਲ ਦਾ, ਉਹਦਾ ਮੇਰੇ ਉੱਤੇ ਬੜਾ ਪ੍ਰਭਾਵ ਪਿਆ। ਔਰ ਉਸ ਪ੍ਰਭਾਵ ਦਾ ਨਤੀਜਾ ਇਹ ਹੋਇਆ ਕਿ ਇਸ ਨੇ ਮੈਨੂੰ ਅਗਲੀ ਜਿਹੜੀ ਪੜ੍ਹਾਈਆਂ ਮੈਂ ਕੀਤੀਆਂ ਵੱਖ-ਵੱਖ ਸਕੂਲਾਂ ਦੇ ਵਿੱਚ, ਕਾਲਜਿਸ ਦੇ ਵਿੱਚ, ਉਹਨੇ ਮੇਰੇ ਦੇ ਉੱਤੇ ਜਿਹੜਾ ਹੈਗਾ ਬਹੁਤ ਵੱਡਾ ਅਸਰ ਪਾਇਆ। ਤੀਜੀ ਦੇ ਵਿੱਚ ਪਹੁੰਚਦਿਆਂ, ਕਿਉਂਕਿ ਘਰ ਦਾ ਮਾਹੌਲ ਜਾਂ ਮੇਰੀ ਆਪਣੀ ਕੋਈ ਇੱਦਾਂ ਦੀ ਪੜ੍ਹਨ ਦੇ ਵਿੱਚ ਰੁਚੀ ਨਾ ਹੋਣ ਕਰਕੇ ਪ੍ਰਿੰਸੀਪਲ ਸਾਹਿਬ ਨੇ ਇਹ ਕਹਿ ਦਿੱਤਾ, ਇਹ ਬੱਚਾ ਜਿਹੜਾ ਹੈਗਾ ਪੜ੍ਹਨ ਦੇ ਯੋਗ ਨਹੀਂ ਹੈ। ਔਰ ਬੜੀ ਕੋਸ਼ਿਸ਼ ਕੀਤੀ ਹੈ ਅਸੀਂ ਤੀਸਰੀ ਜਮਾਤ ਦੇ ਵਿੱਚ ਇਹਨੂੰ ਕਿ ਪਿਆਰ ਨਾਲ ਜਾਂ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਸਮਝਾਉਣ ਦੀ, ਪਰ ਇਹਦੇ ਵੱਸ ਦੀ ਗੱਲ ਨਹੀਂ ਪੜ੍ਹਾਈ। ਇਹਨੂੰ ਤੁਸੀਂ ਵਾਪਸ ਜਿਹੜਾ ਹੈਗਾ ਘਰੇ ਲੈ ਜਾਓ ਜਾਂ ਪਿੰਡ ਜਿਹੜੇ ਹੈਗੇ ਆ ਤੁਸੀਂ ਭੇਜੋ ਇਹਨਾਂ ਨੂੰ। ਸੋ ਇਸ ਕਰਕੇ ਮੈਨੂੰ ਉਹ ਤੀਜੀ 'ਚੋਂ ਫੇਲ ਹੋ ਕੇ ਮੈਂ ਫਿਰ ਦੁਬਾਰਾ ਆਪਣੇ ਦਾਦੀ ਜੀ ਕੋਲ ਪਿੰਡ ਆਇਆ।
ਉੱਥੇ ਦੁਬਾਰਾ ਰਿਪੀਟ ਕੀਤੀ ਮੈਂ ਤੀਸਰੀ ਜਮਾਤ। ਪਰ ਜਿਵੇਂ ਮੈਂ ਕਿਹਾ ਕਿ ਉਸ ਸਕੂਲ ਦਾ ਜਿਹੜਾ ਮੈਨੂੰ ਫਾਇਦਾ ਇਹ ਹੋਇਆ ਕਿ ਤੀਸਰੀ ਜਮਾਤ ਦੇ ਵਿੱਚ ਜਦੋਂ ਮੈਂ ਰਿਪੀਟ ਕੀਤੀ ਤਾਂ ਉਹਦੇ ਵਿੱਚੋਂ ਫਸਟ ਆ ਗਿਆ। ਔਰ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਯਾਰ ਕਿ ਐਜੂਕੇਸ਼ਨ ਜਾਂ ਜਿਹੜੀ ਪੜ੍ਹਾਈ ਹੈ ਇਹ ਬੜੀ ਇੰਪੋਰਟੈਂਟ ਹੈ ਔਰ ਮੈਂ ਪੜ੍ਹ ਸਕਦਾ। ਐਸੀ ਕੀ ਗੱਲ ਹੈ, ਮੈਂ ਜੇ ਹੁਣ ਫਸਟ ਆ ਸਕਦਾ ਕਲਾਸ ਦੇ ਵਿੱਚ ਤਾਂ ਮੈਂ ਅੱਗੇ ਵੀ ਪੜ੍ਹ ਸਕਦਾ। ਸੋ ਉਸ ਨੇ ਮੈਨੂੰ ਬੜਾ ਹੌਸਲਾ ਦਿੱਤਾ, ਹਾਲਾਂਕਿ ਮੈਂ ਫੇਲ ਹੋ ਗਿਆ ਸੀਗਾ। ਔਰ ਉਸ ਤੋਂ ਬਾਅਦ 5ਵੀਂ ਤੱਕ ਮੈਂ ਗੁਰੂ ਨਾਨਕ ਮਾਡਲ ਸਕੂਲ ਲੌਂਗੋਵਾਲ ਦੇ ਵਿੱਚ ਹੀ ਪੜ੍ਹਿਆ। ਫਿਰ ਜਿਹੜੀ ਮੇਰੀ ਐਡਮਿਸ਼ਨ ਹੈ, ਮੇਰੇ ਮਾਮਾ ਜੀ ਮੰਗਵਾਲ ਜਿਹੜੇ ਹੈਗੇ ਆ, ਮੇਰੇ ਨਾਨਕੇ ਨੇ ਸੰਗਰੂਰ ਦੇ ਨਾਲ ਹੀ ਪਿੰਡ ਹੈ, ਉੱਥੇ ਫਿਰ ਉਹਨਾਂ ਨੇ ਮੈਨੂੰ ਦਾਖਲਾ ਕਰਵਾ ਦਿੱਤਾ ਸੰਗਰੂਰ ਦੇ ਵਿੱਚ ਆਦਰਸ਼ ਮਾਡਲ ਸਕੂਲ ਦੇ ਵਿੱਚ। ਔਰ ਉੱਥੇ ਹੀ ਮੈਨੂੰ ਹੌਲੀ ਹੌਲੀ ਸਪੋਰਟਸ ਵੱਲ ਕਿਸੇ ਨੇ ਕਿਹਾ ਕਿ ਤੁਸੀਂ ਸਪੋਰਟਸ ਕਰਨੀ ਸ਼ੁਰੂ ਕਰੋ ਤਾਂ ਕਿ ਤੁਹਾਡੀ ਜਿਹੜੀ ਹੈਗੀ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਤੁਹਾਡੀ ਪੜ੍ਹਾਈ ਦਾ ਖਰਚਾ ਹੈ ਜਾਂ ਜਿਹੜਾ ਤੁਹਾਡੀ ਰੋਟੀ ਪਾਣੀ ਦਾ ਖਰਚਾ ਹੈ ਉਹ ਫ੍ਰੀ ਹੋ ਸਕਦਾ ਹੈ। ਸੋ ਇਹਦੇ ਨਾਲ ਮੈਨੂੰ ਬੜਾ ਹੌਸਲਾ ਮਿਲਿਆ। ਸੋ ਮੈਂ 7ਵੀਂ ਦੇ ਵਿੱਚ ਸਪੋਰਟਸ ਕਰਨੀ ਸ਼ੁਰੂ ਕੀਤੀ। ਸਰਦਾਰ ਮਨਜੀਤ ਸਿੰਘ ਜੀ ਬਾਲੀਆਂ ਉਹ ਸਾਨੂੰ ਸੰਗਰੂਰ ਦੇ ਵਿੱਚ ਐਜ਼ ਏ ਕੋਚ ਉਹ ਸਾਨੂੰ ਖਿਡਾਉਂਦੇ ਹੁੰਦੇ ਸੀ, ਉਹਨਾਂ ਕੋਲ ਮੈਂ ਖੇਡਣਾ ਸ਼ੁਰੂ ਕੀਤਾ। ਔਰ ਹਾਲਾਂਕਿ ਮੈਂ ਪਹਿਲਾਂ ਐਥਲੈਟਿਕਸ ਵੀ ਕਰਦਾ ਸੀਗਾ ਇਸ ਤੋਂ, ਪਰ ਮੇਰੀ ਕੋਈ ਕਿਤੇ ਗੱਲ ਨਹੀਂ ਸੀ ਬਣ ਰਹੀ, ਕਿਸੇ ਕੋਚ ਨਾਲ ਮੇਰੀ ਕੋਈ ਇੱਦਾਂ ਦਾ ਰਾਬਤਾ ਨਹੀਂ ਸੀਗਾ। ਮੈਂ ਆਪਣੇ ਤੌਰ 'ਤੇ ਹੀ ਆਪਣੀ ਪ੍ਰੈਕਟਿਸ ਕਰੀ ਜਾ ਰਿਹਾ ਸੀਗਾ। ਸ਼ੌਕ ਮੈਨੂੰ ਜ਼ਰੂਰ ਸੀਗਾ ਸਪੋਰਟਸ ਦਾ, ਕਿਉਂਕਿ ਮੇਰੇ ਮਾਮਾ ਜੀ ਜਿਹੜੇ ਨੇ ਉਹ ਜਿਮਨਾਸਟਿਕ ਦੇ ਕੋਚ ਸੀਗੇ, ਉਹਨਾਂ ਕਰਕੇ ਮੈਨੂੰ ਸ਼ੌਕ ਪੈਦਾ ਹੋਇਆ। ਔਰ ਉਸ ਤੋਂ ਬਾਅਦ 8ਵੀਂ ਤੱਕ ਪਹੁੰਚਦਿਆਂ ਇਹ ਸਪੋਰਟਸ ਦੇ ਵਿੱਚ ਮੈਨੂੰ ਕਾਫੀ ਜਦੋਂ ਹੌਲੀ ਹੌਲੀ ਹੱਲਾਸ਼ੇਰੀ ਮਿਲਣੀ ਸ਼ੁਰੂ ਹੋਈ ਮੇਰੇ ਕੋਚ ਮਨਜੀਤ ਸਿੰਘ ਦੇ ਰਾਹੀਂ। ਔਰ ਮੈਂ 8ਵੀਂ ਦੇ ਵਿੱਚ ਪਹਿਲੀ ਸਟੇਟ ਖੇਡੀ ਬਠਿੰਡੇ ਵਿਖੇ ਔਰ ਪਹਿਲੀ ਸਟੇਟ ਦੇ ਵਿੱਚ ਹੀ ਫਸਟ ਆਏ ਅਸੀਂ। ਅਤੇ ਇਸੇ ਤਰ੍ਹਾਂ 9ਵੀਂ ਦੇ ਵਿੱਚ ਮੈਂ ਪਹਿਲੀ ਨੈਸ਼ਨਲ ਖੇਡਣ ਗਿਆ ਸ਼੍ਰੀਨਗਰ ਵਿਖੇ 1985 ਦੇ ਵਿੱਚ। ਸੋ ਉਦੋਂ ਵੀ ਉਹਦੇ ਵਿੱਚੋਂ ਅਸੀਂ 3rd ਪਲੇਸ ਆਈ 9ਵੀਂ ਦੇ ਵਿੱਚ ਨੈਸ਼ਨਲ ਦੇ ਵਿੱਚੋਂ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਮੇਰੀ ਜਿਹੜੀ ਹੈਗੀ ਹੈ ਉਸ ਤਰ੍ਹਾਂ ਦੀ ਸਪੋਰਟਸ ਦੇ ਵਿੱਚ ਆਉਣ ਕਰਕੇ ਮੈਨੂੰ ਜਿਹੜਾ ਹੈਗਾ ਇੱਧਰ ਵੀ ਉਹਦਾ ਬੜਾ ਫਾਇਦਾ ਹੋਇਆ। ਔਰ ਅਗਲੀ ਜਿਹੜੀ ਪੜ੍ਹਾਈ ਸੀਗੀ ਉਹ ਮੈਂ ਸਪੋਰਟਸ ਬੇਸ 'ਤੇ ਕੀਤੀ। ਰਾਜ ਹਾਈ ਸਕੂਲ ਹੈ ਸੰਗਰੂਰ, ਉੱਥੇ ਸਪੋਰਟਸ ਦਾ ਵਿੰਗ ਸੀਗਾ, ਕਿਉਂਕਿ ਅੱਗੇ ਹੁਣ ਵੀ ਹੋ ਸਕਦਾ ਵਿੰਗ ਹੋਣ, ਅੱਗੇ ਸਪੋਰਟਸ ਦੇ ਵਿੰਗ ਹੁੰਦੇ ਸੀਗੇ। ਔਰ ਜਿਹੜੇ ਚੰਗੇ ਸਪੋਰਟਸਮੈਨ ਹੁੰਦੇ ਸੀਗੇ ਇਹ ਸਕੂਲਾਂ ਵਾਲੇ ਜਾਂ ਕਾਲਜਿਸ ਵਾਲੇ ਵਿੰਗਾਂ ਦੇ ਵਿੱਚ ਜਿਹੜੇ ਸੀ ਤੁਹਾਨੂੰ ਭਰਤੀ ਕਰਵਾ ਕੇ ਆਪਣੇ ਲਈ ਖਿਡਵਾਉਂਦੇ ਸੀਗੇ। ਸੋ ਉੱਥੇ ਮੈਂ ਸਕੂਲ ਵੱਲੋਂ ਖੇਡਿਆ, ਡਿਸਟ੍ਰਿਕਟ ਵੱਲੋਂ ਖੇਡਿਆ, ਫਿਰ ਪੰਜਾਬ ਵੱਲੋਂ ਨੈਸ਼ਨਲ ਸਕੂਲ ਦੇ ਵਿੱਚ ਜਿਹੜੀ ਹੈਗੇ ਸਕੂਲਾਂ ਦੇ ਵਿੱਚ ਖੇਡਣ ਗਿਆ। ਸੋ ਇਸ ਕਰਕੇ ਮੇਰੀ ਫਿਰ ਅਗਲੀ ਜਿਹੜੀ ਐਡਮਿਸ਼ਨ ਸੀਗੀ ਉਹ DAV ਕਾਲਜ ਚੰਡੀਗੜ੍ਹ ਦੇ ਵਿੱਚ ਵਿੰਗ ਦੇ ਵਿੱਚ ਹੀ ਫਿਰ ਦੁਬਾਰਾ ਸਪੋਰਟਸ ਕਰਕੇ ਹੋਈ। ਔਰ ਫਿਰ ਮੈਂ ਚੰਡੀਗੜ੍ਹ ਸ਼ਿਫਟ ਹੋ ਗਿਆ। ਦੈਨ ਚੰਡੀਗੜ੍ਹ ਤੋਂ BA ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੈਂ ਡਾਕਟਰ ਕੇਸਰ ਸਿੰਘ ਕੇਸਰ ਹੋਰਾਂ ਦੇ ਅੰਡਰ MA ਕੀਤੀ, ਫਿਰ ਉਹਨਾਂ ਦੇ ਅੰਡਰ PhD ਕੀਤੀ। ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ PhD ਤੱਕ ਦਾ ਜਿਹੜਾ ਹੈਗਾ, ਜੇ ਆਪਾਂ ਕਹੀਏ ਕਿ ਪਹਿਲਾ ਮੇਰਾ ਪੜਾਅ ਉਹ ਹੁੰਦਾ ਕਵਰ। ਸੋ ਇਹਦੇ ਨਾਲ ਨਾਲ ਜੇ ਮੈਂ ਕਹਾਂ ਕਿ ਜਿਹੜੀਆਂ ਦੂਜੀਆਂ ਚੀਜ਼ਾਂ ਸੀਗੀਆਂ ਨਾਲ ਚੱਲਦੀਆਂ, ਮੈਨੂੰ ਹੌਲੀ ਹੌਲੀ ਜਿਹੜਾ ਹੈਗਾ ਪੇਂਟਿੰਗ ਦਾ ਸ਼ੌਂਕ ਸੀਗਾ। ਔਰ ਡਿਸਟ੍ਰਿਕਟ ਦੇ ਵਿੱਚੋਂ ਮੈਂ ਜਦੋਂ ਆਦਰਸ਼ ਮਾਡਲ ਸਕੂਲ ਦੇ ਵਿੱਚ ਪੜ੍ਹਦਾ ਸੀਗਾ ਉਹ ਪੇਂਟਿੰਗ ਮੈਂ ਕਰਦਾ ਸੀ ਔਰ ਡਿਸਟ੍ਰਿਕਟ ਦੇ ਵਿੱਚੋਂ ਫਸਟ ਆਇਆ। ਦੈਨ ਮੈਨੂੰ ਸਿੰਗਿੰਗ ਦਾ, ਕਵਿਤਾ ਉਚਾਰਨ ਦਾ ਬੜਾ ਸ਼ੌਕ ਸੀਗਾ। ਔਰ ਇਸੇ ਤਰ੍ਹਾਂ ਭਾਸ਼ਾ ਵਿਭਾਗ ਦੇ ਰਾਹੀਂ ਉਸ ਵੇਲੇ ਕੰਪੀਟੀਸ਼ਨ ਹੁੰਦੇ ਸੀਗੇ, ਉਹਦੇ ਵਿੱਚ ਵੀ ਮੈਂ ਡਿਸਟ੍ਰਿਕਟ ਦੇ ਵਿੱਚੋਂ 2nd ਆਇਆ। ਔਰ ਇਸੇ ਤਰ੍ਹਾਂ ਹੋਰ ਜਿਹੜੀਆਂ NCC ਮੈਂ ਸਕੂਲ ਦੇ ਵਿੱਚ ਕਰਨੀ ਸ਼ੁਰੂ ਕੀਤੀ। NCC ਦਾ ਕਾਰਨ ਇਹ ਸੀਗਾ ਕਿਉਂਕਿ ਉੱਥੇ ਜਦੋਂ NCC ਕੈਂਪ ਲੱਗਦੇ ਸੀਗੇ ਜਾਂ NCC ਦੀ ਟ੍ਰੇਨਿੰਗ ਹੁੰਦੀ ਸੀ, ਉਹਦੇ ਵਿੱਚ 2 ਸੇਬ ਅਤੇ ਨਾਲ ਦੁੱਧ ਦਾ ਕੱਪ ਦਿੰਦੇ ਸੀਗੇ। ਸੋ ਮੈਨੂੰ ਇਹ ਸੀ ਕਿ ਚਲੋ ਆਪਾਂ ਸੇਬ ਹੀ ਖਾਇਆ ਕਰਾਂਗੇ, ਇੰਨਾ ਸ਼ੌਕ ਸੀਗਾ। ਜਾਂ ਅੰਡੇ ਮਿਲਦੇ ਸੀਗੇ ਕੈਂਪਾਂ ਦੇ ਵਿੱਚ, ਸੋ ਉਹਦਾ ਸ਼ੌਕ ਕਰਕੇ। ਜਾਂ ਇਹ ਵੀ ਸੀਗਾ ਇੱਕ ਕਾਰਨ NCC ਦਾ ਕਿ ਮੈਨੂੰ ਬੂਟ ਪਾਉਣ ਲਈ ਮਿਲਦੇ ਸੀ ਉਹ NCC ਵਾਲੇ, ਜੁਰਾਬਾਂ ਪਾਉਣ ਨੂੰ, ਪੂਰੀ ਵਰਦੀ ਪਾਉਣ ਨੂੰ ਮਿਲ ਜਾਂਦੀ ਸੀਗੀ। ਉਹਦੇ ਨਾਲ ਮੈਨੂੰ ਲੱਗਦਾ ਸੀਗਾ ਯਾਰ ਜਦੋਂ ਹੁਣ ਬਾਹਰ ਅੰਦਰ ਜਾਈਦਾ, ਸਕੂਲ ਜਾਈਦਾ ਸੀਗਾ, ਹਾਲਾਂਕਿ ਸਕੂਲ ਦੇ ਵਿੱਚ ਉਹ ਸਾਨੂੰ ਜਿਹੜੇ NCC ਆਫੀਸਰ ਸੀ ਸਾਡੇ ਉਹ ਨਹੀਂ ਸੀ ਪਾਉਣ ਦਿੰਦੇ ਸ਼ੂਜ਼ ਵਗੈਰਾ, ਔਰ ਉਹਦੇ ਕਰਕੇ ਮੈਨੂੰ ਕੁੱਟ ਵੀ ਪੈਂਦੀ ਸੀ ਯਾਰ ਆਹ ਸ਼ੂਜ਼ ਤੂੰ ਪਾਈ ਫਿਰਦਾ।
क्यों स्कूल 'ਚ क्यों पा के आया, पर क्योंकि मेरी मजबूरी सीगी और उस मजबूरी करके मैं सारा कुछ करदा सी। ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ 25 ਕੁ ਸਾਲਾਂ ਦੇ ਦੌਰਾਨ ਜਿੰਨੀ ਦੇਰ ਮੈਂ ਪੜ੍ਹਦਾ ਰਿਹਾ ਔਰ ਉਸ ਪੜ੍ਹਾਈ ਦੇ ਦੌਰਾਨ ਕਦੇ ਵੀ ਮੈਂ, ਜਿਵੇਂ ਆਪਾਂ ਕਹਿੰਦੇ ਹਾਂ ਕਿ ਮੇਚ ਦੇ ਕੇ ਆਪਣੇ ਸੂਟ ਵਗੈਰਾ ਸਿਲਾਉਣਾ, ਕੁੜਤਾ ਪਜਾਮਾ ਸਿਲਾਉਣਾ ਜਾਂ ਕੱਪੜੇ ਸਿਲਾਉਣਾ, ਇੱਦਾਂ ਦੀ ਕੋਈ ਮੈਨੂੰ ਚਾਂਸ ਨਹੀਂ ਮਿਲਿਆ। ਸੋ ਮੇਰੇ ਜਿਹੜੇ ਕੋਈ ਦੋਸਤ ਹੁੰਦੇ ਸੀ, ਮੇਰੇ ਕੋਈ ਰਿਸ਼ਤੇਦਾਰ ਹੁੰਦੇ ਸੀ, ਮੇਰੇ ਜਿਹੜੇ ਕੋਚ ਸਾਹਿਬਾਨ ਹੁੰਦੇ ਸੀਗੇ, ਮੇਰੇ ਟੀਚਰ ਸਾਹਿਬਾਨ ਸੀਗੇ, ਉਹ ਜਿਵੇਂ ਆਪਣੇ ਕੱਪੜੇ ਦਿੰਦੇ ਸੀਗੇ ਮੈਂ ਉਹ ਪਾ ਕੇ ਹੀ ਗੁਜ਼ਾਰਾ ਕਰਦਾ ਸੀਗਾ। ਔਰ ਇਸੇ ਦੌਰਾਨ ਜਦੋਂ ਮੈਨੂੰ ਮਾੜੀ ਮੋਟੀ ਪੜ੍ਹਾਈ ਦੇ ਲਈ ਲੋੜ ਪੈਂਦੀ ਸੀ ਪੈਸਿਆਂ ਦੀ, ਤਾਂ ਮੈਨੂੰ ਵੱਖ-ਵੱਖ ਜੋਬਸ ਕਰਨੀਆਂ ਪਈਆਂ, ਜਿਹਦੇ ਵਿੱਚ ਮੈਂ ਕਹਿ ਸਕਦਾ ਕਿ ਜਿਹੜੀਆਂ ਮੈਨੂੰ ਹੁਣ ਤਾਂ ਬਹੁਤੀਆਂ ਮੈਂ ਭੁੱਲ ਵੀ ਗਿਆ। ਔਰ ਜਿਵੇਂ ਹੁਣ ਸਬਜ਼ੀ ਵੇਚਣ ਦੀ, ਮੈਂ ਸਬਜ਼ੀ ਮੰਡੀ ਜਿਹੜੀ ਸੰਗਰੂਰ ਦੇ ਵਿੱਚ ਲੱਗਦੀ ਸੀ, ਉੱਥੇ ਸਵੇਰੇ ਸਬਜ਼ੀ ਵੀ ਵੇਚਣ ਜਾਂਦਾ ਸੀ। ਇਸੇ ਤਰ੍ਹਾਂ ਦੁੱਧ ਦਾ ਕੰਮ ਕੀਤਾ ਔਰ ਅੱਜ ਵੀ ਮੈਨੂੰ ਯਾਦ ਹੈ ਕਿ ਦੁੱਧ ਦੇ ਵਿੱਚ ਮੈਨੂੰ ਕਿਸੇ ਨੇ ਕਿਹਾ, ਯਾਰ ਪਾਣੀ ਪਾਇਆ ਕਰੋਗੇ ਤਾਂ ਤੁਹਾਨੂੰ 4 ਪੈਸੇ ਬਚਣੇ ਹੈ। ਤਾਂ ਮੈਨੂੰ ਯਾਦ ਹੈ ਕਿ ਮੈਂ ਪਾਣੀ ਵੀ ਪਾਉਂਦਾ ਸੀ ਨਲਕੇ ਤੋਂ ਗੇੜ ਕੇ, ਪਹਿਲਾਂ ਦੁੱਧ ਇਕੱਠਾ ਕਰਨਾ, ਫਿਰ ਉਹਦੇ ਵਿੱਚ ਪਾਣੀ ਪਾਉਣਾ। ਸੋ ਇੱਕ ਵਾਰੀ ਮੈਂ ਇੱਦਾਂ ਦੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਇੱਕ ਵਾਰੀ ਥੋੜ੍ਹਾ ਜਿਹਾ ਪਾਣੀ ਜ਼ਿਆਦਾ ਪੈ ਗਿਆ ਮੇਰੇ ਤੋਂ, ਔਰ ਜਦੋਂ ਮੈਂ ਉਹਨੂੰ ਵੇਚਣ ਲਈ ਗਿਆ ਆਪਣੇ ਜਿਹੜੇ ਦੁਕਾਨਦਾਰਾਂ ਕੋਲ, ਤਾਂ ਉਹ ਜਦੋਂ ਹੱਥ ਲਾਇਆ ਕਰਨ ਤੇ ਕਹਿੰਦੇ, ਯਾਰ ਇਹ ਦੁੱਧ ਤਾਂ ਨਹੀਂ ਵਿਕੇਗਾ। ਸੋ ਉਹ ਜਿਹੜਾ ਦੁੱਧ ਵੀ ਮੇਰੇ ਗਲ ਪੈ ਗਿਆ, ਲੋਕਾਂ ਨੇ ਖਰੀਦਿਆ ਨਹੀਂ ਹੈ। ਔਰ ਕਿਉਂਕਿ ਪਤਲਾ ਸੀਗਾ, ਉਹ ਸਾਰੇ ਦਾ ਸਾਰਾ ਦੁੱਧ ਜਿਹੜਾ ਹੈਗਾ ਸ਼ਾਮ ਤੱਕ ਉਹ ਫਟ ਹੀ ਗਿਆ, ਖਰਾਬ ਹੀ ਹੋ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਲਾਲਚ ਬੁਰੀ ਬਲਾ ਹੈ। ਉਹ ਮੇਰੇ ਨਾਲ ਇੱਦਾਂ ਦੀਆਂ ਵੀ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ। ਸੋ ਇਸ ਤੋਂ ਇਲਾਵਾ ਜੇ ਮੈਂ ਹੋਰ ਕੰਮ ਕਹਾਂ ਕਿ ਲਾਂਗਰੀ ਦਾ ਕੰਮ ਜਿਹੜਾ ਹੈਗਾ, ਉਸ ਵੇਲੇ ਮੈਨੂੰ ਯਾਦ ਹੈ ਮੈਂ ਹਜੇ 10ਵੀਂ ਦੇ ਪੇਪਰ ਮੇਰੇ ਹੋ ਕੇ ਹਟੇ ਸੀਗੇ ਔਰ ਉਹਦੇ ਵਿੱਚ 2-3 ਮਹੀਨਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ, ਜਦੋਂ ਗੈਪ ਹੁੰਦਾ, ਰਿਜ਼ਲਟ ਆਉਣਾ ਹੁੰਦਾ ਤੁਹਾਡਾ, ਮਾਰਚ ਵਿੱਚ ਆਉਣਾ ਸੀਗਾ। ਸੋ ਮਾਰਚ, ਅਪ੍ਰੈਲ 2 ਕੁ ਮਹੀਨੇ ਮੇਰੇ ਕੋਲ ਸੀਗੇ, 3 ਮਹੀਨੇ। ਸੋ ਉਸ ਦੌਰਾਨ ਮੈਂ ਪਾਤੜਾਂ ਔਰ ਖਨੌਰੀ ਦੇ ਵਿੱਚ ਜੋ ਇੱਕ ਜਗ੍ਹਾ ਹੈ ਜਿੱਥੇ ਭਾਖੜਾ ਦਾ ਜਿਹੜਾ ਹੈਗਾ ਉੱਥੇ ਚੱਲਦਾ ਹੈ, ਔਰ ਭਾਖੜਾ ਦੇ ਉੱਤੇ ਚੌਂਕੀਆਂ ਬਣੀਆਂ ਹੁੰਦੀਆਂ ਸੀਗੀਆਂ PAP ਔਰ ਹੋਮ ਗਾਰਡ ਦੀਆਂ। ਉਹਨਾਂ ਦਿਨਾਂ ਵਿੱਚ ਅੱਤਵਾਦ ਦਾ ਦੌਰ ਸੀਗਾ। ਸੋ ਉੱਥੇ ਜਿਹੜਾ ਸੀਗਾ ਮੇਰੀ ਸਿਲੈਕਸ਼ਨ ਹੋਈ ਐਜ਼ ਏ ਲਾਂਗਰੀ ਦੇ ਤੌਰ 'ਤੇ। ਹੋਮ ਗਾਰਡਸ ਜਾਂ ਹੋਰ ਜਿਹੜੇ ਉੱਥੇ ਸਾਡੇ ਪੁਲਿਸ ਦੇ ਕਰਮਚਾਰੀ ਸੀਗੇ, ਉਹਨਾਂ ਦਾ ਖਾਣਾ ਬਣਾਉਣਾ ਹੁੰਦਾ ਸੀਗਾ। ਸੋ ਉਹ ਵੀ ਕੰਮ ਕੀਤਾ। ਇਸ ਤੋਂ ਇਲਾਵਾ ਜੇ ਮੈਂ ਕਹਾਂ ਕਿ ਜਦੋਂ ਮੈਂ ਚੰਡੀਗੜ੍ਹ ਗਿਆ, ਜਿਹੜਾ ਮੈਂ ਦੱਸ ਰਿਹਾ DAV ਦੇ ਵਿੱਚ ਜਦੋਂ, ਕਿਉਂਕਿ ਸਾਡਾ ਖਾਣਾ ਤਾਂ ਫ੍ਰੀ ਸੀਗਾ ਔਰ ਸਾਡਾ ਜਿਹੜਾ ਸੀਗਾ ਜਿਹੜੀ ਕਿੱਟ ਵਗੈਰਾ ਸੀ ਉਹ ਵੀ ਸਾਨੂੰ ਕਾਲਜ ਵੱਲੋਂ ਮਿਲਦੀ ਸੀਗੀ। ਪਰ ਹੋਰ ਵੀ ਚੰਡੀਗੜ੍ਹ ਦੇ ਜਿਹੜੇ ਖਰਚੇ ਸੀਗੇ, ਉਹ ਖਰਚੇ ਕੱਢਣ ਦੇ ਲਈ ਕਈ ਵਾਰੀ ਰਿਕਸ਼ਾ ਵੀ ਚਲਾਉਣਾ ਪੈਂਦਾ ਸੀਗਾ। ਕਈ ਵਾਰੀ ਔਰਕੈਸਟਰਾ ਦੇ ਵਿੱਚ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਨੂੰ ਸਿੰਗਿੰਗ ਦਾ ਸ਼ੌਕ ਸੀਗਾ, ਉਹ ਫਿਰ ਔਰਕੈਸਟਰਾ ਵਾਲਿਆਂ ਨਾਲ ਮੈਂ ਮਿਲ ਕੇ ਔਰ ਉਹਨਾਂ ਨੂੰ ਕਿਹਾ ਕਿ ਮੈਨੂੰ ਇੱਦਾਂ ਸ਼ੌਕ ਹੈ। ਉਹਨਾਂ ਨੇ ਮੈਨੂੰ ਜਦੋਂ ਸੁਣਿਆ ਔਰ ਮੈਨੂੰ ਸਿਲੈਕਟ ਕਰ ਲਿਆ ਕਿ ਤੂੰ ਭਾਈ ਸਾਡੇ ਨਾਲ ਜਿਹੜੇ ਵਿਆਹਾਂ ਦੇ ਵਿੱਚ ਜਾਇਆ ਕਰ, ਔਰ ਆਪਣੇ 5-4 ਗੀਤ ਮੈਂ ਗਾਉਂਦਾ ਹੁੰਦਾ ਸੀਗਾ ਔਰ 100 ਰੁਪਇਆ ਇੱਕ ਮੈਨੂੰ ਪ੍ਰੋਗਰਾਮ ਦਾ ਉਸ ਵੇਲੇ ਮਿਲਦਾ ਸੀਗਾ। ਸੋ ਉਹ ਵੀ ਮੈਨੂੰ ਕੰਮ ਕਰਨਾ ਪਿਆ। ਇਸੇ ਤਰ੍ਹਾਂ SK ਆਹਲੂਵਾਲੀਆ ਸਾਹਿਬ ਜਿਹੜੇ ਕਿ NZCC ਦੇ ਉਸ ਵੇਲੇ ਡਾਇਰੈਕਟਰ ਹੁੰਦੇ ਸੀਗੇ, ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਮੈਨੂੰ ਥੋੜ੍ਹੀ ਬਹੁਤ ਜੇ ਤੁਸੀਂ ਜੋਬ ਦਵਾ ਦਿਓ ਨੇੜੇ ਤੇੜੇ। ਤਾਂ ਉਹਨਾਂ ਨੇ ਮੈਨੂੰ 16 ਸੈਕਟਰ ਦੇ ਵਿੱਚ, ਜਿਹੜੇ ਕਿ 10 ਦੇ ਬਿਲਕੁਲ ਸਾਹਮਣੇ, 10 ਸੈਕਟਰ ਦੇ ਸਾਹਮਣੇ, ਮੇਰੇ ਕਾਲਜ ਦੇ ਸਾਹਮਣੇ ਹੀ ਹੈ, ਔਰ ਉੱਥੇ ਮੈਨੂੰ ਜੋ ਵਿਜ਼ਿਟਰਸ ਆਉਂਦੇ ਆ ਉਹਨਾਂ ਦੇ ਕੋਲੋਂ ਸਾਈਨ ਕਰਵਾਉਣ ਦੀ ਜੋਬ ਦਵਾਈ ਔਰ ਇੱਦਾਂ ਵੀ ਥੋੜ੍ਹਾ ਬਹੁਤ ਗੁਜ਼ਾਰਾ ਚੱਲਦਾ ਰਿਹਾ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜਿੰਨੀ ਦੇਰ ਮੇਰੀ ਜੋਬਸ ਚੱਲਦੀਆਂ ਰਹੀਆਂ, ਉਨੀ ਦੇਰ ਮੇਰੀ ਇਹ ਪੜ੍ਹਾਈ ਜਿਹੜੀ ਹੈਗੀ ਹੈ ਚੱਲਦੀ ਰਹੀ। ਔਰ ਅਖੀਰ ਨੂੰ ਫਿਰ ਮੇਰੀ ਸਿਲੈਕਸ਼ਨ 1994 ਦੇ ਵਿੱਚ ਯਾਦਵਿੰਦਰਾ ਪਬਲਿਕ ਸਕੂਲ, ਡਾਕਟਰ ਹਰੀਸ਼ ਢਿੱਲੋਂ ਪ੍ਰਿੰਸੀਪਲ ਉਸ ਵੇਲੇ ਹੁੰਦੇ ਸੀ ਕਾਲਜ ਦੇ, ਸਕੂਲ ਦੇ, ਔਰ ਉਹਨਾਂ ਨੇ ਮੇਰੀ ਸਿਲੈਕਸ਼ਨ ਕੀਤੀ ਔਰ ਮੇਰੀ ਪਹਿਲਾ ਮਤਲਬ ਮੈਨੂੰ ਜਿਹੜਾ ਸਾਹ ਆਇਆ 1994 ਦੇ ਵਿੱਚ, ਪਹਿਲੀ ਜੋਬ ਜਿਹੜੀ ਚੰਗੀ ਉਹ ਮਿਲੀ। ਔਰ ਉਸ ਤੋਂ ਬਾਅਦ ਫਿਰ ਮੈਂ ਉੱਥੇ ਹੀ ਰਹਿ ਕੇ ਕੁਝ ਕਿਤਾਬਾਂ ਲਿਖੀਆਂ, ਬੁੱਕਸ ਲਿਖੀਆਂ ਔਰ ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਪਬਲਿਕ ਕਾਲਜ ਸਮਾਣੇ ਦੀ ਹੋ ਗਈ। ਦੈਨ ਸਮਾਣੇ ਤੋਂ ਬਾਅਦ ਕੁਝ ਸਮਾਂ ਬਾਅਦ ਹੀ ਮੇਰੀ ਸਿਲੈਕਸ਼ਨ
यूनीवर्सिटी विखे, पंजाबी यूनीवर्सिटी पटियाला विखे एज ए लैक्चरर के तौर पर हुई। और हुण जिहड़ा हैगा मैं लैक्चरर तो बाद सीनियर लैक्चरर, फिर रीडर, दैन हुण प्रोफैसर के अहुदे उत्ते इस वेले मैं काम कर रहा। और नाल दी नाल मैं शहीद करतार सिंह सराभा चेयर का जिहड़ा हैगा कोआर्डीनेटर भी हाँ नाल। सो इस इदां दे जिहड़े काम कीते ने, हुण लगभग आपां कह सकते हैं कि 2 दर्जन के करीब मेरी अपनियां किताबां आ चुकियां ने। मेरे अपने बारे लगभग 4 पीढ़ियां के विद्वानां ने, जिहदे विच आपां कह सकते हैं कि गुरशरण पाजी, डॉक्टर केसर सिंह केसर, डॉक्टर TR विनोद, डॉक्टर सुरजीत सिंह पट्टी, डॉक्टर सुखदेव सिंह सिरसा, मतलब बहुत जिहड़े विद्वान पंजाबी दे आपां कह सकते हैं मोहरी विद्वान ने, उन्होंने मेरे काम के बारे अपने विचार पेश किए ने इस किताब दे विच। और मैनूं बड़ा माण है कि उन्होंने मेरे काम नूं रैकोगनाइज़ किया और कई MPhil होईयां, कई PhD मेरे काम ते होईयां। मेरा विआह 1997 ਦੇ ਵਿੱਚ 22 ਮਾਰਚ ਨੂੰ डॉक्टर निवेदिता सिंह जी नाल होया। और डॉक्टर निवेदिता सिंह बारे मैं ज़रूर अपने दर्शकों नाल गल सांझी करना चाहना कि डॉक्टर निवेदिता जी हिंदुस्तान दे विच क्लासीकल मौसीकी दे बहुत वड्डे जिहड़े ने ओह सिंगर ने, गायिका ने। पूरी दुनिया दे विच उन्हां दे जिहड़े ने कॉन्सर्ट हो चुके ने, अपना प्रोग्राम पेश करते आ ओह क्लासीकल गायकी दा। सो ये बहुत एक मेरे लिए एक वडभागा दिन सीगा, क्योंकि उन्हां दी जिंदगी दे विच आउण तो बाद जो जिवें मैं पहलां दस्सिआ कि मेरे जिंदगी दा जो एक डार्क पीरीयड सीगा, ਉਹਦੇ ਵਿੱਚ एक नवीं रंगत आनी शुरू हुई। उन्होंने मैनू बहुत सारे गल्लां दे विच प्रेरणा स्रोत जिहड़े सी बने होए मेरे। सो खास तौर पे लिखण पढ़न दे विच जे मैं कहां कि अज जिथे भी मैं हाँ ਇਹਦੇ ਵਿੱਚ ਉਹਨਾਂ ਦਾ बहुत ही ਵੱਡਾ योगदान है, तो ਇਹਦੇ ਵਿੱਚ कोई अतकथनी नहीं होगी। बच्चे होए साडे पहला मेरा बेटा सुरदीप सिंह 1997 ਦੇ ਵਿੱਚ ਉਹਦਾ ਜਨਮ है ਦਸੰਬਰ ਦੇ ਵਿੱਚ। तो ਉਹਨਾਂ ਨੂੰ ਵੀ ਇਹ शौक है, लिखण पढ़न का भी शौक है। और हुण ਉਹ जर्मनी ਦੇ ਵਿੱਚ अपना जिहड़ा हैगा डिग्री करन दे लई गए हुए है। और इस वेले वो स्पोर्ट्स साइंस दे विच या स्पोर्ट्स मैनेजमेंट दे विच एक डिग्री कर रहे हैं। सो इस तरह जे मैं बेटी की गल करां तो बेटी का जन्म 5 सितंबर जिहड़ी कि अध्यापक दिवस नूं हुंदा है। और उसदी शुरू तो ही इच्छा रही है कि मैं एक चंगी टीचर बना, एक चंगी अध्यापका बना। मैं 6वीं क्लास दे विच लिखना शुरू किया। और 6वीं क्लास दे विच जदों मैं आदर्श मॉडल स्कूल संगरूर विखे पढ़दा सीगा तां उत्थे एक मैगजीन छपदा सीगा उस स्कूल दे विच जिहदा नाम डैफोडिल सीगा। और मैनू उस वेले साडे पंजाबी दे टीचर मैडम हरशरण कौर जी हुंदे सीगे। और उन्होंने कहा कि तुहानूं ज़रूर लिखना चाहिए। और उन्हां दी प्रेरणा सदका मैं एक नुक्कड़ नाटक टाइप लिखिया छोटा, और एक मैं छोटी कहानी लिखी जिहड़ी कि 1982 दे विच उस वेले मैनूं याद है उस मैगजीन दे विच छपी। तां उस तो बाद लगातार एक मैगजीन होर अखबार निकलदा सीगा संगरूर दे विच कौमी देन। तां उहदे एडिटर जिहड़े लिटरेरी एडिटर सीगे ਉਹ ਹੁੰਦੇ ਸੀਗੇ मोहन शर्मा, हुण भी हैगे ने, बड़ा वड्डा नाम है उन्हां दा कहानी दे विच या उदा राइटिंग्स दे विच। तां उन्हां ने भी मैनूं कहा कि तुसीं अपना कहानी सानूं दिओ लिख के। मिनी कहानियां छापदे सी ओह, तां कुछ मैं उदों मिनी कहानियां उन्हां नूं लिख के दित्तियां। और उस वेले ही संगरूर दे विच एक वधिया बड़ा चंगा मैगजीन निकलदा सी शोखियां, जिहदे एडिटर सीगे प्रसिद्ध पंजाबी दे कहानीकार गुरमेल बड़ाहट जी। इन्हां दा बेटा गुरप्रीत मेरे नाल पढ़दा सीगा, मेरा आउण जाण सी। तां इन्हां ने मैनूं कहा कि तुसीं अपनी कोई वधिया कहानी जिहड़ी हैगी आ, क्योंकि उन्हां ने पढ़ियां सी मेरियां कहानियां, मिनी कहानियां अखबारां दे विच। तां उन्हां ने कहा कि तुसीं लिखो साडे मैगजीन दे लई। तां 9वीं क्लास दे तक आउंदियां
ਮੇਰੀ ਕਹਾਣੀ ਉਹ ਸ਼ੋਖੀਆਂ ਦੇ ਵਿੱਚ ਛਪੀ, ਜਿਹੜੀ ਕਿ ਮੇਰੀ ਜ਼ਿੰਦਗੀ ਦੇ ਉੱਤੇ ਆਧਾਰਿਤ ਸੀਗੀ। ਸੋ ਕਹਿਣ ਦਾ ਮਤਲਬ ਹੈ ਕਿ ਹੌਲੀ ਹੌਲੀ ਮੈਨੂੰ ਸ਼ੌਕ ਪੈਦਾ ਹੋਇਆ। ਔਰ ਜਦੋਂ ਮੈਂ ਚੰਡੀਗੜ੍ਹ ਆਇਆ DAV ਕਾਲਜ ਦੇ ਵਿੱਚ, ਤਾਂ 16 ਸੈਕਟਰ ਦੇ ਵਿੱਚ ਲੇਖਕ ਸਭਾਵਾਂ ਦੀਆਂ ਉੱਥੇ ਮੀਟਿੰਗਾਂ ਹੁੰਦੀਆਂ, ਔਰ ਗੁਰਸ਼ਰਨ ਭਾਜੀ ਵਰਗੇ ਜਿਹੜੇ ਬਹੁਤ ਵੱਡੇ ਦਿੱਗਜ ਉੱਥੇ ਰਿਹਰਸਲ ਕਰਨ ਲਈ ਆਉਂਦੇ ਆਪਣੇ ਨੁੱਕੜ ਨਾਟਕਾਂ ਦੀ। ਸੋ ਉਦੋਂ ਮੇਰਾ ਵਾਹ ਜਿਹੜਾ ਸੀਗਾ ਬਹੁਤ ਵੱਡੇ ਰਾਈਟਰਸ ਨਾਲ ਪੈਣਾ ਸ਼ੁਰੂ ਹੋਇਆ ਸੈਕਟਰ 16 ਦੇ ਵਿੱਚ ਕਲਾ ਭਵਨ ਵਿਖੇ। ਔਰ ਕਿਉਂਕਿ ਨੇੜੇ ਸੀਗਾ, 10 ਸੈਕਟਰ ਸੀਗਾ, ਮੈਂ ਆ ਜਾ ਸਕਦਾ ਸੀਗਾ। ਸੋ ਉੱਥੇ ਫਿਰ ਮੈਂ ਆਪਣੀਆਂ ਕਹਾਣੀਆਂ ਜਿਹੜੀਆਂ ਸੀਗੀਆਂ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ ਸਭਾਵਾਂ ਦੇ ਵਿੱਚ। ਤਾਂ ਹੌਲੀ ਹੌਲੀ ਬਹੁਤ ਸਾਰੇ ਲੇਖਕ ਮੈਨੂੰ ਮਿਲੇ, ਜਿਨ੍ਹਾਂ ਦੇ ਵਿੱਚ ਮੋਹਨ ਭੰਡਾਰੀ, ਡਾਕਟਰ ਕੇਸਰ ਸਿੰਘ ਕੇਸਰ ਔਰ ਗੁਲਜ਼ਾਰ ਸਿੰਘ ਸੰਧੂ, ਯਾਨੀ ਕਿ ਉਸ ਵੇਲੇ ਦੇ ਜਿਹੜੇ ਵੱਡੇ ਰਾਈਟਰ ਨੇ ਉਹ ਉੱਥੇ ਆਉਂਦੇ ਸੀਗੇ। ਔਰ ਗੁਰਸ਼ਰਨ ਭਾਜੀ ਨਾਲ ਵੀ ਉਦੋਂ ਮੈਂ ਉਹਨਾਂ ਨਾਲ ਨੁੱਕੜ ਨਾਟਕ ਖੇਡਣੇ ਸ਼ੁਰੂ ਕੀਤੇ ਗਲੀਆਂ ਦੇ ਵਿੱਚ ਚੰਡੀਗੜ੍ਹ ਦੀਆਂ। ਉੱਤੇ ਉਦੋਂ ਅਸੀਂ ਅਕਸਰ ਜਾਂਦੇ ਸੀਗੇ। ਸੋ ਕਹਿਣ ਦਾ ਮਤਲਬ ਹੈ ਇੱਕ ਇੱਦਾਂ ਦਾ ਜਦੋਂ ਰਾਬਤਾ ਮੇਰਾ ਕਾਇਮ ਹੋਇਆ, ਤਾਂ ਹੌਲੀ ਹੌਲੀ ਮੈਨੂੰ ਜਿਹੜਾ ਹੈਗਾ ਸੀਗਾ ਸਾਹਿਤ ਪੜ੍ਹਨ ਦਾ ਔਰ ਸਾਹਿਤ ਬਾਰੇ ਸਮਝਣ ਦਾ ਜਿਹੜਾ ਸੀਗਾ ਮੌਕਾ ਮਿਲਦਾ ਰਿਹਾ। ਪਹਿਲੀ ਜਿਹੜੀ ਮੇਰੀ ਕਿਤਾਬ ਆਈ ਉਹ ਵੀ ਗੁਰਮੇਲ ਮੜਾਹਟ ਜੀ ਦੀ ਬਦੌਲਤ ਆਈ, ਜਿਹਦਾ ਨਾਮ ਸੀ ਸਮਾਜ, ਸਿਆਸਤ ਤੇ ਸਾਹਿਤ। ਮੇਰਾ ਜਿਹੜਾ ਇੱਧਰ ਝੁਕਾਅ ਹੋਇਆ, ਮਾਰਕਸਿਜ਼ਮ ਵੱਲ ਝੁਕਾਅ, ਉਹ ਇਸ ਲਈ ਹੋਇਆ ਕਿਉਂਕਿ ਜਿਸ ਤਰ੍ਹਾਂ ਦੇ ਮੈਂ ਜੀਵਨ ਬਿਆਨ ਕੀਤਾ ਹੈ, ਗਰੀਬੀ ਦਾ, ਘੋਰ ਗਰੀਬੀ ਦਾ ਜੀਵਨ, ਮੈਂ ਇਹ ਦੇਖਣਾ ਚਾਹੁੰਦਾ ਸੀਗਾ ਕਿ ਇਹ ਗਰੀਬੀ ਹੈ ਤਾਂ ਕਿਉਂ ਹੈ, ਜਾਂ ਇਹਦਾ ਹੱਲ ਕਿਵੇਂ ਨਿਕਲੇਗਾ। ਤਾਂ ਇਹਦਾ ਹੱਲ ਔਰ ਇਹਦਾ ਕਾਰਨ ਜਿਹੜੇ ਜਦੋਂ ਅਸੀਂ ਤਲਾਸ਼ਣ ਦੀ ਮੈਂ ਕੋਸ਼ਿਸ਼ ਕੀਤੀ, ਤਾਂ ਮੈਨੂੰ ਮਾਰਕਸਿਜ਼ਮ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਪੜ੍ਹਨ ਦਾ ਮੌਕਾ ਮਿਲਿਆ ਮਾਰਕਸਿਜ਼ਮ ਨੂੰ, ਔਰ ਸਮਝਣ ਦਾ ਮੌਕਾ ਮਿਲਿਆ। ਤਾਂ ਇਹਦੇ ਨਾਲ ਕੀ ਹੋਇਆ ਕਿ ਮੈਨੂੰ ਜਿਹੜਾ ਹੈਗਾ ਇਹਦੇ ਵਿੱਚ ਵੱਖ-ਵੱਖ ਆਰਟੀਕਲ ਲਿਖਣੇ ਪਏ, ਔਰ ਸਮਾਜ ਕੀ ਹੁੰਦਾ, ਸਿਆਸਤ ਕੀ ਹੁੰਦੀ ਹੈ, ਸਮਾਜ ਔਰ ਸਿਆਸਤ ਦਾ ਕੀ ਰਿਸ਼ਤਾ ਹੈ, ਸਮਾਜ ਔਰ ਸਾਹਿਤ ਦਾ ਕੀ ਰਿਸ਼ਤਾ ਹੈ। ਸੋ ਇਸ ਤਰ੍ਹਾਂ ਦੇ ਸਾਰੇ ਜਦੋਂ ਮੈਂ ਸੰਬੰਧਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਤਾਂ ਉਹਦੇ ਵਿੱਚੋਂ ਮੇਰੀ ਪਹਿਲੀ ਕਿਤਾਬ ਜਿਹੜੀ ਹੈਗੀ ਆ ਨਿਕਲ ਕੇ ਸਾਹਮਣੇ ਆਈ, ਜਿਹਦਾ ਨਾਮ ਸੀਗਾ ਸਮਾਜ, ਸਿਆਸਤ ਤੇ ਸਾਹਿਤ। ਫਿਰ ਜਦੋਂ ਮੈਂ ਮਾਰਕਸਿਜ਼ਮ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਇਹ ਵੀ ਜਿਹੜੀ ਹੈਗੀ ਇਹਦੇ ਵਿੱਚ ਵਿਚਾਰਧਾਰਾ ਵੀ ਮਾਰਕਸਿਜ਼ਮ ਨੂੰ ਰੱਖਿਆ ਗਿਆ, ਔਰ ਮਾਰਕਸਿਜ਼ਮ ਨਾਲ ਸੰਬੰਧਿਤ ਆਰਟੀਕਲ ਇਹਦੇ ਵਿੱਚ ਛਾਪੇ ਗਏ। ਸੋ ਇਹਦਾ ਵੀ ਬੜੀ ਉਸ ਵੇਲੇ ਪ੍ਰਸ਼ੰਸਾ ਹੋਈ। ਗੁਰਸ਼ਰਨ ਭਾਜੀ ਨੇ ਇਹਦੇ ਬਾਰੇ ਆਰਟੀਕਲ ਲਿਖਿਆ, ਔਰ ਡਾਕਟਰ ਗੁਰਦੇਵ ਸਿੰਘ ਚੰਦੀ ਸਾਹਿਬ ਨੇ ਆਰਟੀਕਲ ਲਿਖਿਆ। ਉਸ ਵੇਲੇ ਬੜੇ ਵੱਡੇ ਵਿਦਵਾਨ ਦੇ ਤੌਰ 'ਤੇ ਜਾਣੇ ਜਾਂਦੇ ਸੀਗੇ ਉਹ। ਸੋ ਡਾਕਟਰ ਕੁਲਦੀਪ ਸਿੰਘ ਹੋਰਾਂ ਨੇ ਲਿਖਿਆ ਆਰਟੀਕਲ, ਬਹੁਤ ਸਾਰੇ ਆਰਟੀਕਲ ਇਸ ਕਿਤਾਬ ਦੇ ਉੱਤੇ ਲਿਖੇ ਗਏ। ਤਾਂ ਉਸ ਤੋਂ ਬਾਅਦ ਮੈਨੂੰ ਲੱਗਦਾ ਸੀਗਾ ਕਿ ਜੇ ਤੁਸੀਂ ਮਾਰਕਸਿਜ਼ਮ ਨੂੰ ਸਮਝਣਾ ਹੈ, ਤਾਂ ਲਾਜ਼ਮੀ ਤੌਰ 'ਤੇ ਤੁਹਾਨੂੰ ਜਿਹੜਾ ਭਾਰਤੀ ਜਾਂ ਪੰਜਾਬੀ ਮਾਰਕਸਿਜ਼ਮ ਤੋਂ ਉੱਪਰ ਉੱਠ ਕੇ ਜਾਂ ਇਹਦੇ ਵਿੱਚੋਂ ਬਾਹਰ ਨਿਕਲ ਕੇ ਤੁਹਾਨੂੰ ਜੋ ਵਿਸ਼ਵ ਦੇ ਵਿੱਚ ਮਾਰਕਸਿਜ਼ਮ ਬਾਰੇ ਗੱਲਾਂ ਉਸ ਵੇਲੇ ਚੱਲ ਰਹੀਆਂ ਨੇ, ਖਾਸ ਤੌਰ 'ਤੇ 1991 ਤੋਂ ਬਾਅਦ ਜਦੋਂ ਰੂਸ ਢਹਿ ਹੋ ਚੁੱਕਿਆ ਸੀਗਾ, ਜਦੋਂ ਅਮਰੀਕਾ ਦਾ ਜਿਹੜਾ ਦਬਦਬਾ ਹੈ ਉਹ ਵੱਧ ਰਿਹਾ ਸੀਗਾ, ਔਰ ਜਦੋਂ ਮਾਰਕਸਿਜ਼ਮ ਨੂੰ ਇਹ ਕਿਹਾ ਜਾ ਰਿਹਾ ਸੀਗਾ ਕਿ ਮਾਰਕਸਿਜ਼ਮ ਤਾਂ ਖਤਮ ਹੋ ਗਿਆ ਔਰ ਇਹ ਵਿਚਾਰਧਾਰਾ ਖਤਮ ਹੋ ਗਈ, ਹੁਣ ਇਹਦੀ ਲੋੜ ਕੋਈ ਨਹੀਂ ਹੈ। ਸੋ ਉਦੋਂ ਫਿਰ ਮੈਨੂੰ ਲੱਗਿਆ ਕਿ ਉਸ ਵੇਲੇ ਜਿਹੜੇ ਵੱਡੇ ਵਿਦਵਾਨ ਨੇ ਉਹ ਜੋ ਮਾਰਕਸਿਜ਼ਮ ਬਾਰੇ ਲਿਖ ਰਹੇ ਨੇ, ਕਿਉਂਕਿ ਮਾਰਕਸਿਜ਼ਮ ਤਾਂ ਸਵਾਲ ਹੀ ਨਹੀਂ ਪੈਦਾ ਨਹੀਂ ਹੁੰਦਾ ਕਿ ਜਿੰਨੀ ਦੇਰ ਪੂੰਜੀ ਹੈ, ਜਿੰਨੀ ਦੇਰ ਪੂੰਜੀਵਾਦ ਹੈ, ਉਨੀ ਦੇਰ ਮਾਰਕਸਿਜ਼ਮ ਦਾ ਖਤਮ ਹੋਣਾ ਕੋਈ ਮਤਲਬ ਇਹਦੇ ਵਿੱਚ ਆਪਾਂ ਸੋਚ ਵੀ ਨਹੀਂ ਸਕਦੇ। ਸੋ ਇਸ ਕਰਕੇ ਉਸ ਵੇਲੇ ਬਹੁਤ ਵੱਡੇ ਰਾਈਟਰ ਜਿਹੜੇ ਸੀਗੇ ਉਹ ਮਾਰਕਸਿਜ਼ਮ ਦੇ ਪੱਖ ਦੇ ਵਿੱਚ ਲਿਖ ਰਹੇ ਸੀਗੇ। ਸੋ ਉਹਨਾਂ ਵਿਦਵਾਨਾਂ ਦੇ 20 ਆਰਟੀਕਲ ਮੈਂ ਇਕੱਠੇ ਕੀਤੇ ਔਰ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ, ਔਰ ਉਹ ਪੁਸਤਕਾਂ ਜਿਹੜੀਆਂ 2 ਪੁਸਤਕਾਂ ਦੇ ਰੂਪ ਦੇ ਵਿੱਚ ਆਇਆ, ਸਮਕਾਲੀ ਮਾਰਕਸੀ ਚਿੰਤਨ ਔਰ ਮਾਰਕਸੀ ਵਿਸ਼ਵ ਚਿੰਤਨ। ਇਹ ਕਿਤਾਬਾਂ ਬਹੁਤ ਜ਼ਿਆਦਾ ਪੋਪੂਲਰ ਹੋਈਆਂ। ਬਹੁਤ ਸਾਰੇ ਵਿਦਵਾਨਾਂ ਨੇ ਇਹਨੂੰ ਇਹ ਲੱਗਿਆ ਕਿ ਵਾਕਈ ਇਸ ਵੇਲੇ ਇਹ ਗੱਲ ਜਿਹੜੀ ਹੈਗੀ ਹੈ ਪੰਜਾਬੀ ਦੇ ਵਿੱਚ ਕਰਨੀ ਚਾਹੀਦੀ ਸੀਗੀ, ਔਰ ਉਹਦਾ ਬੜਾ ਅਸਰ ਹੋਇਆ। ਔਰ ਮਾਰਕਸਿਜ਼ਮ ਨੂੰ ਜਿਹਨੂੰ ਕਿਹਾ ਜਾ ਰਿਹਾ ਸੀਗਾ ਕਿ ਇਹ ਖਤਮ ਹੋ ਗਿਆ, ਉਹਨਾਂ 2 ਕਿਤਾਬਾਂ ਨੇ ਮਾਰਕਸਿਜ਼ਮ ਦੀਆਂ ਫਿਰ ਜਿਹੜੀਆਂ ਪੰਜਾਬੀ ਚਿੰਤਨ ਦੇ ਵਿੱਚ ਜੜ੍ਹਾਂ ਲਗਾ ਦਿੱਤੀਆਂ। ਇਸੇ ਤਰ੍ਹਾਂ ਮੈਂ ਇੱਕ ਪ੍ਰੋਜੈਕਟ ਕੀਤਾ ਯੂਨੀਵਰਸਿਟੀ ਦਾ, ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਔਰ ਇਸੇ ਤਰ੍ਹਾਂ
ਹੁਣ ਜਿਹੜੀ ਕਿਤਾਬ ਲੇਟੈਸਟ ਜੇ ਆਈ ਹੈ ਉਹ ਮੇਰੇ ਬਾਰੇ ਹੈ। ਡਾਕਟਰ ਭੀਮਿੰਦਰ ਸਿੰਘ ਸਿਧਾਂਤ ਤੇ ਸਮੀਖਿਆ। ਇਹ ਸਤਿੰਦਰ ਸਿੰਘ ਬਾਵਾ ਹੋਰਾਂ ਨੇ, ਮੇਰੇ ਆਪਣੇ ਸਟੂਡੈਂਟ ਨੇ, ਉਹਨਾਂ ਨੇ ਐਡਿਟ ਕੀਤੀ ਹੈ। ਲਗਭਗ ਪੌਣੇ 300 ਸਫ਼ਿਆਂ ਦੀ ਕਿਤਾਬ ਹੈ ਔਰ ਲਗਭਗ ਆਪਾਂ ਕਹਿ ਸਕਦੇ ਹਾਂ ਕਿ 45 ਵਿਦਵਾਨਾਂ ਨੇ, 3 ਜਾਂ 4 ਪੀੜ੍ਹੀਆਂ ਦੇ ਵਿਦਵਾਨਾਂ ਨੇ ਇਹਦੇ ਬਾਰੇ ਆਰਟੀਕਲ, ਮੇਰੇ ਕੰਮਾਂ ਦੇ ਬਾਰੇ ਆਰਟੀਕਲ ਲਿਖੇ ਨੇ ਇਹਦੇ ਵਿੱਚ। ਸੋ ਇਸ ਕਰਕੇ ਲਗਭਗ ਆਪਾਂ ਕਹਿ ਸਕਦੇ ਹਾਂ ਕਿ 22 ਤੋਂ ਲੈ ਕੇ 25 ਕਿਤਾਬਾਂ ਮੈਂ ਹੁਣ ਗਿਣਨੀਆਂ ਹੀ ਛੱਡਤੀਆਂ ਕਿ ਇੰਨੀਆਂ ਕੁ ਮੇਰੀਆਂ ਕਿਤਾਬਾਂ ਹੁਣ ਤੱਕ ਜਾਂ ਸਾਡੇ ਪਾਠਕਾਂ ਦੇ ਹੱਥਾਂ ਤੱਕ ਪਹੁੰਚ ਚੁੱਕੀਆਂ ਨੇ। ਸੋ ਅਗਲੇ ਦਿਨਾਂ ਦੇ ਵਿੱਚ ਮੇਰੀ ਜਿਹੜੀ ਨਵੀਂ ਕਿਤਾਬ ਆ ਰਹੀ ਹੈ ਉਹ ਹੈ ਚਿੰਤਨ ਦੇ ਚਿਤੇਰੇ। ਇਹਦੇ ਵਿੱਚ ਮੈਂ ਜਿਹੜੇ ਦੁਨੀਆ ਦੇ ਤੋਂ ਲੈ ਕੇ ਜਿਹੜੇ ਪੰਜਾਬੀ ਦੇ ਵਿੱਚ ਜਿਨ੍ਹਾਂ ਨੇ ਚਿੰਤਨ ਕੀਤਾ, ਜਿਨ੍ਹਾਂ ਨੇ ਚਿੰਤਨ ਕਰਨ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਹੈ, ਮੈਂ ਕਾਰਲ ਮਾਰਕਸ ਤੋਂ ਸ਼ੁਰੂ ਕਰਾਂਗਾ। ਪ੍ਰੋਫੈਸਰ ਰਣਧੀਰ ਸਿੰਘ, ਡਾਕਟਰ ਕੇਸਰ ਸਿੰਘ ਕੇਸਰ, ਡਾਕਟਰ TR ਵਿਨੋਦ, ਡਾਕਟਰ ਸਤਿੰਦਰ ਸਿੰਘ ਨੂਰ, ਇਹ ਸਾਰੇ ਜਿਨ੍ਹਾਂ ਬੰਦਿਆਂ ਨੇ ਚਿੰਤਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ, ਉਹਨਾਂ ਦੇ ਆਰਟੀਕਲ ਜਿਹੜੇ ਨੇ ਇਸ ਕਿਤਾਬ ਦੇ ਵਿੱਚ ਆ ਰਹੇ ਨੇ ਪ੍ਰੈਸ ਦੇ ਵਿੱਚ। ਹੁਣ ਇਹ ਪ੍ਰੈਸ ਕਾਪੀ ਇਹਦੀ ਤਿਆਰ ਹੋ ਰਹੀ ਹੈ, ਜਲਦੀ ਇਹ ਪਾਠਕਾਂ ਦੇ ਹੱਥਾਂ ਦੇ ਵਿੱਚ ਹੋਏਗੀ। ਮੈਂ ਹੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਕਿ ਸਟਰਗਲ ਜਿਹੜੀ ਹੈਗੀ ਆ ਉਹ ਸਾਨੂੰ ਨਹੀਂ ਛੱਡਣੀ ਚਾਹੀਦੀ। ਸੰਘਰਸ਼ ਜਿਹੜਾ ਹੈਗਾ ਤੁਹਾਡੀ ਜ਼ਿੰਦਗੀ ਦਾ ਅਹਿਮ ਪਾਰਟ ਹੋਣਾ ਚਾਹੀਦਾ। ਜੇ ਤੁਹਾਡੇ ਮਨ ਦੇ ਵਿੱਚ ਇੱਕ ਸਟਰਗਲ ਕਰਨ ਦੀ ਜਿਹੜੀ ਇੱਛਾ ਹੈ ਤਾਂ ਕੋਈ ਵੀ ਤੁਹਾਨੂੰ ਤਾਕਤ ਜਿਹੜੀ ਹੈਗੀ ਆ ਉਹ ਝੁਕਾ ਨਹੀਂ ਸਕਦੀ। ਸੋ ਇਸ ਕਰਕੇ ਜਿਹੜੇ ਨੌਜਵਾਨ ਇਹ ਸਮਝਦੇ ਆ ਕਿ ਸਾਡਾ ਤਾਂ ਕੁਝ ਨਹੀਂ ਬਣਨਾ, ਅਸੀਂ ਤਾਂ ਕੁਝ ਨਹੀਂ ਕਰ ਸਕਦੇ ਔਰ ਨਿਰਾਸ਼ਾ ਦੇ ਵਿੱਚ ਚਲੇ ਗਏ ਹੈ, ਉਹਨਾਂ ਨੂੰ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਨਿਰਾਸ਼ਾ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਕੁਦਰਤ ਜਿਹੜੀ ਹੁੰਦੀ ਹੈ ਔਰ ਉਹ ਉਹਨਾਂ ਦਾ ਹੀ ਸਾਥ ਦਿੰਦੀ ਹੈ ਜਿਹੜੇ ਇਸ ਨਿਰਾਸ਼ਾ ਨੂੰ ਚੀਰ ਕੇ ਨਿਕਲ ਜਾਂਦੇ ਨੇ ਔਰ ਆਪਣੀ ਹਿੰਮਤ ਦੇ ਨਾਲ ਸਫਲਤਾ ਹਾਸਲ ਕਰਦੇ ਨੇ। ਸੋ ਹਿੰਮਤ ਕਦੇ ਵੀ ਨਹੀਂ ਛੱਡਣੀ ਚਾਹੀਦੀ ਔਰ ਮੇਰੀ ਸਾਰੇ ਨੌਜਵਾਨਾਂ ਨੂੰ, ਜਿੰਨੇ ਵੀ ਵੇਖਣ ਵਾਲੇ ਦਰਸ਼ਕਾਂ ਨੂੰ ਇਹੀ ਬੇਨਤੀ ਹੈ ਕਿ ਆਓ ਆਪਾਂ ਸਟਰਗਲ ਕਰੀਏ, ਸੰਘਰਸ਼ ਕਰੀਏ ਔਰ ਆਪਣੇ ਆਪ ਨੂੰ ਪਹਿਲਾਂ ਤਾਂ ਠੀਕ ਕਰੀਏ, ਆਪਣੇ ਆਪ ਨੂੰ ਮਜ਼ਬੂਤ ਕਰੀਏ, ਆਪਣੇ ਆਪ ਨੂੰ ਸਹੀ ਕਰੀਏ ਔਰ ਤਾਂ ਹੀ ਜੇ ਆਪਾਂ ਮਜ਼ਬੂਤ ਹੋਵਾਂਗੇ, ਆਪਾਂ ਸਹੀ ਹੋਵਾਂਗੇ, ਆਪਾਂ ਸੋਲਿਡ ਹੋਵਾਂਗੇ, ਤਾਂ ਹੀ ਆਪਾਂ ਆਪਣੀ ਸਮਾਜ ਨੂੰ ਵਧੀਆ ਬਣਾ ਸਕਦੇ ਹਾਂ, ਖੂਬਸੂਰਤ ਬਣਾ ਸਕਦੇ ਹਾਂ, ਖੁਸ਼ਹਾਲ ਬਣਾ ਸਕਦੇ ਹਾਂ।